condensed matter physics. What is matter? Matter ਕੀ ਹੁੰਦਾ? Matter, the substance which occupies space is called matter. ਕੋਈ ਵੀ substance ਜੋ space occupy ਕਰਦਾ, ਜਗ੍ਹਾ ਘੇਰਦਾ ਵਾ, ਉਹਨੂੰ ਆਪਾਂ ਮੈਟਰ ਕਹਿੰਦੇ ਹਾਂ। ਆਪਣੇ ਆਸ ਪਾਸ ਬਹੁਤ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਜਗ੍ਹਾ ਘੇਰਦੀਆਂ ਨੇ, ਵਿਚ ਆਕੂਪਾਈ ਸਪੇਸ ਆਰ ਨੋਨ ਐਜ਼ ਮੈਟਰ, ਅਤੇ ਇਹ ਸਾਰੀਆਂ ਨੂੰ ਮੈਟਰ ਹੀ ਕਿਹਾ ਜਾਂਦਾ ਵਾ। ਸੋ ਇਹਦੀਆਂ 3 ਸਟੇਟਸ ਹੁੰਦੀਆਂ ਨੇ, ਹੁਣ ਤੱਕ ਆਪਾਂ ਪੜ੍ਹਦੇ ਆਏ ਹਾਂ, ਸੋਲਿਡ, ਲਿਕੁਇਡ ਐਂਡ ਗੈਸੀਅਸ ਸਟੇਟ। ਬੇਸਿਕਲੀ 3 ਸਟੇਟਸ ਹੁੰਦੀਆਂ ਨੇ, ਪਰ ਜਿਹੜੀ ਆਪਣੀ ਕੰਡੈਂਸ ਮੈਟਰ ਫਿਜ਼ਿਕਸ ਹੁੰਦੀ ਆ, ਇਹਦੇ ਵਿੱਚ ਇਹਦੀਆਂ 5 ਸਟੇਟਸ ਹੁੰਦੀਆਂ ਨੇ। ਉਹ ਮੈਂ ਤੁਹਾਨੂੰ ਦੱਸਦਾ ਕਿਹੜੀਆਂ ਹੁੰਦੀਆਂ ਨੇ। ਸੋ ਇਹ ਸਟੇਟਸ ਹੁੰਦੀਆਂ ਨੇ ਸੋਲਿਡ, ਲਿਕੁਇਡ, ਗੈਸ, ਪਲਾਜ਼ਮਾ, ਬੋਸ, ਆਇਨਸਟਾਈਨ, ਕੰਡੈਂਸੇਟ। ਸੋ ਸੋਲਿਡ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ। ਸੋਲਿਡ ਠੋਸ, ਤਰਲ, ਗੈਸ, ਗੈਸ ਮੀਨਸ ਗੈਸ, ਅਤੇ ਪਲਾਜ਼ਮਾ ਇਹ ਡਿਫਰੈਂਟ ਹੈ, ਮੈਂ ਤੁਹਾਨੂੰ ਸਮਝਾਊਂਗਾ। ਬੋਸ ਆਇਨਸਟਾਈਨ ਵੀ ਡਿਫਰੈਂਟ ਆ, ਬਟ ਇਹ ਆਪਾਂ ਨੇ ਪੜ੍ਹਿਆ ਹੋਇਆ ਵਾ, ਆਈ ਥਿੰਕ ਤੁਹਾਨੂੰ ਆਉਂਦਾ ਹੋਊਗਾ। ਹਾਂਜੀ, ਹੁਣ ਬੇਸਿਕਲੀ ਮੈਟਰ ਕੀ ਹੁੰਦਾ? ਮੈਟਰ ਛੋਟੇ ਛੋਟੇ ਪਾਰਟੀਕਲਸ ਤੋਂ ਮਿਲ ਕੇ ਬਣਿਆ ਸਬਸਟਾਂਸ ਹੁੰਦਾ ਜੋ ਕਿ ਜਗ੍ਹਾ ਘੇਰਦਾ ਵਾ, ਠੀਕ ਹੈ। ਮੈਟਰ ਮੀਨਸ ਦ ਸਬਸਟਾਂਸ ਵਿਚ ਆਕੂਪਾਈ ਸਪੇਸ। ਅਤੇ ਅੱਗੇ ਮੈਟਰ ਦੀਆਂ ਟਾਈਪਸ ਨੇ, ਮੈਟਰ ਦੀਆਂ ਸਟੇਟਸ ਨੇ, ਮਤਲਬ ਕਿ ਦੇਰ ਆਰ, ਆਪਾਂ ਪਿੱਛੇ ਪੜ੍ਹਦੇ ਹੁੰਦੇ ਸੀਗੇ 3 ਸਟੇਟਸ ਆਫ ਮੈਟਰ, ਸੋਲਿਡ, ਲਿਕੁਇਡ ਐਂਡ ਗੈਸੀਅਸ ਸਟੇਟਸ। ਪਰ ਕੰਡੈਂਸ ਮੈਟਰ ਫਿਜ਼ਿਕਸ 'ਚ 2 ਹੋਰ ਐਡ ਹੋਈਆਂ ਨੇ, ਇੱਕ ਕਿਹੜੀ ਆ? ਪਲਾਜ਼ਮਾ ਐਂਡ ਬੋਸ ਆਇਨਸਟਾਈਨ ਕੰਡੈਂਸੇਟ। ਸੋ ਸੋਲਿਡ ਦੇ ਵਿੱਚ ਕੀ ਹੁੰਦਾ ਵਾ? ਜਿਹੜੇ ਪਾਰਟੀਕਲਸ ਹੁੰਦੇ ਨੇ ਬਹੁਤ ਕਲੋਜ਼ਡ ਹੁੰਦੇ ਨੇ ਇੱਕ ਦੂਜੇ ਦੇ, ਐਵੇਂ ਬਾਈਂਡ ਕੀਤੇ ਹੁੰਦੇ ਨੇ, ਸੋ ਮਚ ਕਲੋਜ਼ਡ, ਪੈਕਡ। ਸੋ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਵਾ? ਜੇ ਇਹ ਕਲੋਜ਼ਡ ਪੈਕਡ ਨੇ, ਮਤਲਬ ਕਿ ਦੇਰ ਆਰ ਸੋ ਮਚ ਲਾਰਜ ਅਟਰੈਕਟਿਵ ਫੋਰਸਿਸ ਬਿਟਵੀਨ ਦੀਜ਼ ਪਾਰਟੀਕਲਸ। ਇਹਨਾਂ ਨੂੰ ਆਪਸ 'ਚ ਖਿੱਚ ਕੇ ਰੱਖਿਆ ਸਾਰਿਆਂ ਨੇ, ਅਤੇ ਬਹੁਤ ਜ਼ਿਆਦਾ ਇਹਦੇ ਵਿੱਚ ਬਹੁਤ ਹਾਈ ਅਟਰੈਕਟਿਵ ਫੋਰਸਿਸ ਨੇ ਸੋਲਰ ਦੇ ਵਿੱਚ, ਅਤੇ ਪਾਰਟੀਕਲਸ ਬਾਈਂਡਿਡ ਟੂਗੈਦਰ ਈਚ ਅਦਰ। ਸੋ ਨਾਓ ਇਨ ਲਿਕੁਇਡ ਸਟੇਟਸ, ਸੋਲਿਡ 'ਚ ਬਹੁਤ ਕਲੋਜ਼ਲੀ ਪੈਕਡ ਸੀਗੇ। forces of attraction between the particles are so much high, but in liquid states ਇਹ ਘੱਟ ਗਈਆਂ। forces of attractions ਘੱਟ ਹੁੰਦੀਆਂ ਨੇ, ਪਾਰਟੀਕਲਸ ਇੱਕ ਦੂਜੇ ਤੋਂ ਥੋੜ੍ਹੇ ਦੂਰ ਹੁੰਦੇ ਨੇ, ਹੁੰਦੇ ਤਾਂ ਕਲੋਜ਼ ਨੇ, ਮਤਲਬ ਇੰਨੀ ਜ਼ਿਆਦਾ forces of attractions ਨਹੀਂ ਹੁੰਦੀਆਂ। ਸੋ ਨੈਕਸਟ ਗੈਸੀਅਸ ਸਟੇਟਸ, ਇਹਦੇ ਵਿੱਚ forces of attraction ਨੈਗਲੀਜੀਬਲ ਹੁੰਦੀਆਂ ਨੇ, ਨਾ ਮਾਤਰ, ਕੋਈ ਫੋਰਸਿਸ ਆਫ ਅਟਰੈਕਸ਼ਨ ਹੁੰਦੀ ਹੀ ਨਹੀਂ ਹੈ ਇਹਦੇ ਵਿੱਚ, ਨਾ ਮਾਤਰ ਹੁੰਦੀਆਂ ਨੇ। ਸਾਰੇ ਪਾਰਟੀਕਲਸ ਆਪਣੀ ਮਰਜ਼ੀ ਨਾਲ ਫਰੀਲੀ ਘੁੰਮਦੇ ਨੇ। ਗੈਸੀਅਸ ਸਟੇਟ ਦੇ ਵਿੱਚ ਸੋਲਿਡ 'ਚ ਕੀ ਹੁੰਦੀਆਂ ਨੇ? ਬਹੁਤ ਜ਼ਿਆਦਾ ਹੁੰਦੀਆਂ ਨੇ। ਪਾਰਟੀਕਲਸ ਆਰ ਟਾਈਟਲੀ ਪੈਕਡ ਟੂ ਈਚ ਅਦਰ। ਲਿਕੁਇਡ ਦੇ ਵਿੱਚ ਬਹੁਤ ਘੱਟ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ। ਗੈਸ ਦੇ ਵਿੱਚ ਨੈਗਲੀਜੀਬਲ ਔਰ 0 ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ। ਸੋ ਗੈਸ ਮੋਲੀਕਿਊਲਸ ਆਰ ਮੂਵ ਫਰੀਲੀ। ਇਨ ਕੇਸ ਆਫ solid is the substance which have same volume, size and shape। ਸੋਲਿਡ ਜਿਹੜਾ ਵੀ ਸਬਸਟਾਂਸ ਹੁੰਦਾ ਵਾ ਉਹ ਸੋਲਿਡ ਹੀ ਹੁੰਦਾ ਵਾ ਪ੍ਰੋਪਰ, ਅਤੇ ਨਾ ਉਹਦੀ ਆਪਾਂ ਸ਼ੇਪ ਚੇਂਜ ਕਰ ਸਕਦੇ ਹਾਂ, ਨਾ ਵੋਲੀਅਮ, ਕਿਉਂਕਿ ਪਾਰਟੀਕਲਸ ਆਰ ਕਲੋਜ਼ਲੀ ਪੈਕਡ ਟੂ ਈਚ ਅਦਰ। ਇਹਨਾਂ ਨੂੰ ਅਲੱਗ ਕਰਨਾ ਮੁਸ਼ਕਿਲ ਆ। ਸੋਲਿਡ ਮਤਲਬ ਠੋਸ, ਬਹੁਤ ਜ਼ਿਆਦਾ ਇੱਕ ਦੂਜੇ ਦੇ ਨੇੜੇ ਨੇ। ਇਨ ਕੇਸ ਆਫ ਲਿਕੁਇਡ, ਇਹਨੂੰ ਆਪਾਂ ਜਿਹੋ ਜਿਹੇ ਵੀ ਕੰਟੇਨਰ 'ਚ ਪਾਉਂਦੇ ਹਾਂ ਇਹੋ ਜਿਹੀ ਸ਼ੇਪ ਲੈ ਲੈਂਦਾ। ਇਟ ਹੈਜ਼ definite volume but not definite shape। In case of gas it has neither definite volume neither definite shape। ਇਹਦੀ ਸ਼ੇਪ ਵੀ ਕੋਈ ਨਹੀਂ ਹੁੰਦੀ, ਵੋਲੀਅਮ ਵੀ ਕੋਈ ਨਹੀਂ ਹੁੰਦਾ। ਅਤੇ ਸੋ ਆਪਾਂ ਹੁਣ ਇਹਦੇ ਪਹਿਲਾਂ ਪ੍ਰੋਪਰਟੀਜ਼ ਦੀ ਗੱਲ ਕਰ ਲੈਂਦੇ ਹਾਂ, ਸੋਲਿਡ, ਲਿਕੁਇਡ ਐਂਡ ਗੈਸਿਸ ਦੀ, ਅਤੇ ਫਿਰ ਮੈਂ ਤੁਹਾਨੂੰ ਉਹ ਸਮਝਾ ਦੇਣਾ ਦੂਜਾ ਕੀ ਸੀਗਾ, ਪਲਾਜ਼ਮਾ ਐਂਡ ਬੋਸ ਆਇਨਸਟਾਈਨ ਕੰਡੈਂਸੇਸ਼ਨ। ਪ੍ਰੋਪਰਟੀਜ਼ ਦੇ ਵਿੱਚ 2 ਚੀਜ਼ਾਂ ਬੇਸਿਕਲੀ ਆਉਂਦੀਆਂ ਨੇ। ਨੰਬਰ 1 ਤਾਂ
ਸੋਲਿਡ ਦੀ ਪ੍ਰੋਪਰਟੀਜ਼ ਦੇ ਵਿੱਚ ਇੱਕ ਤਾਂ ਆਹੀ ਆਊਗਾ, ਇਨ ਸੋਲਿਡ ਇੰਟਰਮੋਲੀਕੂਲਰ ਫੋਰਸਿਸ ਬਿਟਵੀਨ ਦ ਪਾਰਟੀਕਲਸ ਆਰ ਵੈਰੀ ਹਾਈ, ਇਨ ਲਿਕੁਇਡ ਲੋ, ਇਨ ਗੈਸੀਅਸ ਨੈਗਲੀਜੀਬਲ, ਹੈ ਹੀ ਨਹੀਂ। ਨਾਓ ਕਿਨੈਟਿਕ ਐਨਰਜੀ, ਕਿਨੈਟਿਕ ਐਨਰਜੀ ਆਫ ਐਵਰੀ ਸਬਸਟਾਂਸ ਇਜ਼ ਡਿਊ ਟੂ ਮੋਸ਼ਨ। ਜੇ ਮੋਸ਼ਨ ਹੋਊਗਾ ਤਾਂ ਕਿਨੈਟਿਕ ਐਨਰਜੀ ਹੋਊਗੀ। ਸੋਲਿਡ ਦੇ ਕੇਸ 'ਚ ਪਾਰਟੀਕਲਸ ਇੱਕ ਦੂਜੇ ਦੇ ਬਹੁਤ ਕਲੋਜ਼ ਨੇ, ਪੈਕਡ ਨੇ, ਸੋ ਹਿਲ ਤਾਂ ਹੋ ਸਕਦੇ ਹੀ ਨਹੀਂ, ਮੋਸ਼ਨ ਹੋਣਾ ਹੀ ਨਹੀਂ। ਸੋ ਕਿਨੈਟਿਕ ਐਨਰਜੀ ਆਫ ਸੋਲਿਡ ਇਜ਼ ਲੋ। ਕੰਪਰੈਸਿਬਿਲਿਟੀ, ਦਬਾਉਣਾ ਮਤਲਬ ਕਿ ਉਹਨੂੰ, ਕੰਪਰੈਸਿਬਿਲਿਟੀ ਵੀ ਸੋਲਿਡ ਦੀ ਲੋ ਹੀ ਹੁੰਦੀ ਆ। ਇਨ ਕੇਸ ਆਫ ਲਿਕੁਇਡ ਕੰਪਰੈਸਿਬਿਲਿਟੀ ਐਗਜ਼ਿਸਟ ਕਰਦੀ ਆ, ਹੋ ਜਾਂਦੀ ਆ ਕੰਪਰੈਸਿਬਿਲਿਟੀ, ਗੈਸ 'ਚ ਵੀ ਹੋ ਜਾਂਦੀ ਆ, ਸੋਲਿਡ 'ਚ ਨਹੀਂ ਹੁੰਦੀ। ਅਤੇ ਜੇ ਗੱਲ ਕਰੀਏ ਆਪਾਂ ਕਿਨੈਟਿਕ ਐਨਰਜੀ ਦੀ, ਲਿਕੁਇਡ ਦੇ ਵਿੱਚ ਕਿਨੈਟਿਕ ਐਨਰਜੀ ਹੁੰਦੀ ਹੈ। ਇਨ ਕੇਸ ਆਫ ਗੈਸੀਅਸ ਸਟੇਟ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਹੁੰਦੀ ਆ, ਪਾਰਟੀਕਲਸ ਫਿਰਦੇ ਨੇ ਘੁੰਮਦੇ ਫਰੀਲੀ, ਸੋ ਡਿਊ ਟੂ ਮੋਸ਼ਨ ਆਫ ਪਾਰਟੀਕਲਸ ਕਿਨੈਟਿਕ ਐਨਰਜੀ ਹੁੰਦੀ ਆ। ਇਲੈਕਟ੍ਰੀਕਲ ਕੰਡਕਟਿਵਿਟੀ, electrical conductivity is due to motion of charges, free electrons. So liquid is good conductor of electricity as compared to solid and gas. So states of matter like solid, solid ਤੋਂ ਬਾਅਦ liquid, liquid ਤੋਂ ਬਾਅਦ gaseous state ਹੈ ਨਾ। ਅਤੇ ਜਿਹੜੀ ਪਲਾਜ਼ਮਾ ਵਾ, ਪਲਾਜ਼ਮਾ ਇਜ਼ ਮੋਸਟ ਕਾਮਨ ਸਟੇਟ ਆਫ ਮੈਟਰ ਇਨ ਦਾ ਯੂਨੀਵਰਸ। ਪਲਾਜ਼ਮਾ ਦੇ ਵਿੱਚ ਕੀ ਹੁੰਦਾ, ਸਟੇਟ ਚੇਂਜ ਹੁੰਦੀ ਆ। ਸੋ ਜਦੋਂ ਕੋਈ ਮੈਟਰ ਸੋਲਿਡ ਸਟੇਟ 'ਚ ਆ, ਸਪੋਜ਼ ਕਰ ਲਓ ਆਪਣੇ ਕੋਲ ਆਈਸ ਆ, ਆਈਸ ਇਜ਼ ਇਨ ਸੋਲਿਡ ਸਟੇਟ, ਪਹਿਲਾਂ ਉਹ ਸੋਲਿਡ 'ਚ ਆ, ਫਿਰ ਉਹਨੂੰ ਆਪਾਂ ਹੀਟ ਕੀਤਾ, ਉਹ ਕਿਹੜੀ ਸਟੇਟ 'ਚ ਆ ਜਾਏਗੀ, ਲਿਕੁਇਡ ਸਟੇਟ 'ਚ। ਐਵੇਂ ਪਾਰਟੀਕਲਸ ਹੋ ਜਾਣੇ ਨੇ। ਲਿਕੁਇਡ ਸਟੇਟ ਤੋਂ ਬਾਅਦ ਆਪਾਂ ਨੇ ਉਹਨੂੰ ਹੋਰ ਹੀਟ ਕੀਤਾ, ਉਹ ਗੈਸੀਅਸ ਸਟੇਟ 'ਚ ਆ ਜਾਏਗੀ। ਜਦੋਂ ਉਹ ਗੈਸੀਅਸ ਸਟੇਟ 'ਚ ਆ ਜਾਏਗੀ, ਉਸ ਤੋਂ ਬਾਅਦ ਉਹਨੂੰ ਹੀਟ ਕਰਨਾ ਪੋਸੀਬਲ ਨਹੀਂ ਹੈਗਾ। ਸੋ ਲੈਟ ਅਸ ਸਪੋਜ਼ ਵੀ ਹੈਵ ਅ ਬੀਕਰ, ਆਪਾਂ ਨੇ ਇਹਦੇ ਵਿੱਚ ਆਈਸ ਲੈ ਲਈ, ਆਈਸ ਲੈ ਕੇ ਇਹ ਕਿਹੜੀ ਫਾਰਮ ਆ, ਉਹਨੂੰ ਸੋਲਿਡ ਫਾਰਮ, ਆਪਾਂ ਨੇ ਕੀ ਕੀਤਾ, ਹੀਟ ਕਰਤਾ, ਹੀਟ ਕਰਕੇ ਦੂਜੀ ਫਾਰਮ ਆ ਗਈ ਲਿਕੁਇਡ। ਲਿਕੁਇਡ ਦੇ ਵਿੱਚ ਕੁਛ ਇੱਦਾਂ ਦਿਖੇਗਾ, ਆਪਾਂ ਨੇ ਫਿਰ ਵੀ ਨਹੀਂ ਹਟੇ, ਆਪਾਂ ਹੋਰ ਹੀਟ ਕਰਤਾ। ਸੋ ਜਦੋਂ ਆਪਾਂ ਹੀਟ ਕੀਤਾ ਤਾਂ ਉਹ ਗੈਸੀਅਸ ਸਟੇਟ 'ਚ ਜਾਊਗੀ, ਅਗਲੀ ਸਟੇਟ 'ਚ। ਜਦੋਂ ਗੈਸੀਅਸ ਸਟੇਟ 'ਚ ਜਾਊਗੀ ਤਾਂ ਇਵੈਪੋਰੇਸ਼ਨ ਪ੍ਰੋਸੈਸ ਹੋਊਗਾ। ਇਵੈਪੋਰੇਸ਼ਨ ਪ੍ਰੋਸੈਸ ਮਤਲਬ ਕਿ ਵੇਪਰਸ ਬਣਨੇ ਸ਼ੁਰੂ ਹੋ ਜਾਣੇ ਨੇ ਪਾਣੀ ਦੇ 100 ਡਿਗਰੀ ਸੈਲਸੀਅਸ 'ਤੇ ਵੇਪਰਸ ਬਣ ਗਏ। ਸੋ ਆਪਾਂ ਨੇ ਇੱਕ ਐਵੇਂ ਦਾ ਸਿਸਟਮ ਅਜ਼ਿਊਮ ਕੀਤਾ ਜਿਹਨੂੰ ਆਪਾਂ ਕਹਿੰਦੇ ਹਾਂ ਆਈਸੋਲੇਟਡ ਸਿਸਟਮ। ਉਹਦੇ ਵਿੱਚ ਆਪਾਂ ਨੇ ਵੇਪਰਸ ਨੂੰ ਰੱਖਤਾ। ਇਹ ਸਟੇਟਸ ਨੇ ਸਾਰੀਆਂ ਨਾ, ਆਹ ਸੋਲਿਡ ਸਟੇਟ ਆ, ਉਸ ਤੋਂ ਬਾਅਦ ਲਿਕੁਇਡ ਸਟੇਟ ਜਾ ਕੇ, ਉਸ ਤੋਂ ਬਾਅਦ ਗੈਸੀਅਸ ਸਟੇਟ ਜਾ ਕੇ, ਉਸ ਤੋਂ ਬਾਅਦ ਆਪਾਂ ਨੇ ਵੇਪਰ ਸਟੇਟ ਨੂੰ ਇੱਕ ਆਈਸੋਲੇਟਡ ਸਿਸਟਮ ਦੇ ਵਿੱਚ ਕੈਦ ਕਰਤਾ। ਆਪਾਂ ਨੇ ਹੁਣ ਇਹਨੂੰ ਵੀ ਹੀਟ ਪ੍ਰੋਵਾਈਡ ਕਰਨੀ ਸ਼ੁਰੂ ਕਰਤੀ, ਵੇਪਰਸ ਨੂੰ ਵੀ। ਪਰ ਪੰਗਾ ਇਹ ਆ, ਇਹ ਇੱਥੋਂ ਬਾਹਰ ਨਹੀਂ ਜਾ ਸਕਦੇ ਵੇਪਰਸ, ਇਹਨਾਂ ਨੂੰ ਅੰਦਰੇ ਮਰਨਾ ਪੈਣਾ, ਹੀਟ ਦੇਈ ਜਾ ਰਹੇ ਆਪਾਂ। ਸੋ ਵੇਪਰਸ ਜਦੋਂ ਹੀਟ ਕਰਾਂਗੇ ਤਾਂ ਐਵੇਂ ਫਿਰਨਗੇ ਘੁੰਮਦੇ ਇਹਦੇ ਵਿੱਚ ਯੂਨੀਵਰਸ ਜਿਹੜਾ ਆਪਾਂ ਸਿਸਟਮ ਅਜ਼ਿਊਮ ਕੀਤਾ ਵਾ, ਆਈਸੋਲੇਟਡ ਸਿਸਟਮ। ਸੋ ਬਾਹਰ ਤਾਂ ਇਹ ਜਾ ਨਹੀਂ ਸਕਦੇ ਹੈਗੇ। ਸੋ ਜ਼ਿਆਦਾ ਹੀਟ ਹੋਣ ਕਰਕੇ ਇਹਨਾਂ ਦੇ ਵਿੱਚ ਐਨਰਜੀ ਆ ਜੂਗੀ। ਐਨਰਜੀ ਆਉਣ ਨਾਲ ਇਹਨਾਂ ਨੇ ਕੀ ਕਰਨਾ ਵਾ, ਇਹਨਾਂ ਦੇ ਵਿੱਚ ਕਿਹੜਾ ਪ੍ਰੋਸੈਸ ਹੋਊਗਾ, ਆਇਓਨਾਈਜੇਸ਼ਨ ਹੋ ਜਾਣੀ ਆ। ਆਇਓਨਾਈਜੇਸ਼ਨ ਦਾ ਮਤਲਬ ਕੀ ਆ, ਇਲੈਕਟ੍ਰੋਨਸ ਬਾਹਰ ਆ ਜਾਣੇ ਨੇ। ਐਟਮਸ ਹੀ ਹੁੰਦੇ ਨੇਗੇ ਜਿਹੜੇ ਗੈਸ ਦੇ ਨੇ, ਐਟਮਸ ਨੇ ਇਹਨਾਂ ਨੇ ਆਪਣੇ ਆਪਣੇ ਇਲੈਕਟ੍ਰੋਨ ਛੱਡ ਦੇਣੇ ਨੇ। ਮਤਲਬ ਕਿ ਦੇਖੋ ਜਿਵੇਂ ਆਹ ਇੱਕ ਪਾਰਟੀਕਲ ਆ, ਇਹਨੇ ਇੱਕ ਇਲੈਕਟ੍ਰੋਨ ਛੱਡ ਦੇਣਾ, ਨੈਗੇਟਿਵ ਲੋਸ ਕਰ ਦੇਣਾ, ਇੱਥੇ ਪੋਜ਼ੀਟਿਵ ਆ ਜਾਊਗਾ। ਇਹਨੇ ਵੀ ਐਂ ਕਰ ਦੇਣਾ, ਇਹਨੇ ਵੀ ਐਂ ਕਰ ਦੇਣਾ। ਸੋ ਨੰਬਰ ਆਫ ਪੋਜ਼ੀਟਿਵ ਚਾਰਜ ਇਜ਼ ਇਕੁਅਲ ਟੂ ਨੰਬਰ ਆਫ ਨੈਗੇਟਿਵ ਚਾਰਜ। ਜਦੋਂ ਦੋ ਚੀਜ਼ਾਂ ਬਰਾਬਰ ਨੇ, ਇਹਦਾ ਮਤਲਬ ਕੀ ਪਤਾ ਲੱਗਿਆ, ਇਹ ਸਟੇਟ ਨੂੰ ਹੀ ਜਿਹੜੀ ਜਦੋਂ ਪਹਿਲਾਂ ਸੋਲਿਡ 'ਚ ਸੀਗਾ, ਫਿਰ ਆਪਾਂ ਹੀਟ ਕੀਤਾ, ਲਿਕੁਇਡ 'ਚ ਆ ਗਿਆ, ਫਰਦਰ ਹੀਟ ਕੀਤਾ, ਗੈਸ ਬਣ ਗਿਆ। ਆਪਾਂ ਗੈਸ ਵੇਪਰਸ ਨੂੰ ਵੀ ਕੈਦ ਕਰਕੇ ਹੀਟ ਕਰਨਾ ਸ਼ੁਰੂ ਕਰਤਾ। ਜਿਹੜੀ ਆਹ ਸਟੇਟ ਆਈ ਆ, ਇਹਨੂੰ ਆਪਾਂ ਪਲਾਜ਼ਮਾ ਕਹਿੰਦੇ ਹਾਂ। ਦਿਸ ਸਟੇਟ ਇਜ਼ ਨੋਨ ਐਜ਼ ਪਲਾਜ਼ਮਾ ਸਟੇਟ। ਇਹਦੇ ਵਿੱਚ ਕੀ ਹੁੰਦਾ, ਆਇਓਨਾਈਜੇਸ਼ਨ ਹੋ ਜਾਂਦੀ ਹੈ। ਜਿਹੜੇ ਪਾਰਟੀਕਲਸ ਨੇ ਉਹ ਇਲੈਕਟ੍ਰੋਨ ਲੋਸ ਕਰਨੇ ਸ਼ੁਰੂ ਕਰ ਦਿੰਦੇ ਨੇ, ਜਿਹਦੇ ਚੱਕਰ 'ਚ ਕੀ ਹੁੰਦਾ ਵਾ,
ਇਲੈਕਟ੍ਰੋਨ ਨੰਬਰ ਆਫ ਪੋਜ਼ਿਟਿਵ ਚਾਰਜਿਸ ਇਜ਼ ਇਕੁਅਲ ਟੂ ਨੰਬਰ ਆਫ ਨੈਗੇਟਿਵ ਚਾਰਜਿਸ ਇਨ ਦ ਸਿਸਟਮ। ਸੋ ਜਦੋਂ ਦੋਨੇ ਚਾਰਜ ਮਤਲਬ ਕਿ ਪੋਜ਼ਿਟਿਵ ਵੀ ਨੈਗੇਟਿਵ ਵੀ ਬਰਾਬਰ ਆ ਤਾਂ ਕੈਂਸਲ ਆਊਟ ਹੋਣਗੇ। ਇਹਦਾ ਮਤਲਬ ਇਹ ਸਿਸਟਮ ਕੀ ਆ, ਨਿਊਟਰਲ ਸਿਸਟਮ ਆ। ਪਲਾਜ਼ਮਾ ਸਿਸਟਮ ਇਜ਼ ਸੋ ਮਚ ਨਿਊਟਰਲ ਸਿਸਟਮ। ਸੋ ਕੁਝ ਐਵੇਂ ਦਾ ਕਲਾਊਡ ਬਣ ਜੂਗਾ ਜਿਹਨੂੰ ਆਪਾਂ ਕਹਿੰਦੇ ਜਿਹਦੇ 'ਚ ਪੋਜ਼ਿਟਿਵ ਵੀ ਹੋਣਗੇ ਨੈਗੇਟਿਵ ਵੀ ਹੋਣਗੇ, ਇਲੈਕਟ੍ਰੋਨਸ ਐਂਡ ਪੋਜ਼ਿਟਰੋਨਸ ਮਿਲ ਕੇ ਬਣਾਉਂਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਪਲਾਜ਼ਮਾ ਸਟੇਟ। ਆਹ ਸਟੇਟ ਨੂੰ ਆਪਾਂ ਕਹਿੰਦੇ ਹਾਂ ਪਲਾਜ਼ਮਾ ਸਟੇਟ। ਬੋਸ-ਆਈਨਸਟਾਈਨ ਕੰਡੈਂਸੇਟ ਨੈਕਸਟ ਸਟੇਟ ਆ ਆਪਣੀ। ਬੋਸ-ਆਈਨਸਟਾਈਨ ਕੰਡੈਂਸੇਸ਼ਨ ਦਾ ਮਤਲਬ ਹੁੰਦਾ ਵਾ ਵੀ ਨਾ ਆਪਾਂ ਨੇ ਪਿੱਛੇ ਪੜ੍ਹੇ ਨੇ, ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਫੰਡਾਮੈਂਟਲ ਪਾਰਟੀਕਲਸ। ਇਹਦੇ ਵਿੱਚ ਆਉਂਦੇ ਨੇ ਕਿ ਫਰਮੀਓਨਸ ਐਂਡ ਬੋਜ਼ੋਨਸ। ਹੁਣ ਫਰਮੀਓਨਸ ਜਿਹੜੇ ਪਾਰਟੀਕਲਸ ਹੁੰਦੇ ਨੇਗੇ ਉਹ ਹੁੰਦੇ ਨੇ ਜਿਹੜੇ ਆਪਣੇ ਪੋਲਿਸ ਐਕਸਕਲੂਜਨ ਪ੍ਰਿੰਸੀਪਲ ਆ ਉਹਨੂੰ ਓਬੇ ਕਰਦੇ ਨੇ। ਫਰਮੀਓਨਸ ਪੋਲਿਸ ਐਕਸਕਲੂਜਨ ਪ੍ਰਿੰਸੀਪਲ ਨੂੰ ਓਬੇ ਕਰਦੇ ਨੇ, ਇਹ ਓਬੇ ਕਰਦੇ ਨੇ। ਇਹ ਪੋਲਿਸ ਐਕਸਕਲੂਜਨ ਪ੍ਰਿੰਸੀਪਲ ਨੂੰ ਓਬੇ ਨਹੀਂ ਕਰਦੇ। ਫਰਮੀਓਨਸ ਦੇ ਕੇਸ ਦੇ ਵਿੱਚ ਜਿਹੜੇ એનર્ਜੀ ਲੈਵਲਸ ਹੁੰਦੇ ਨੇ ਕੁਛ ਇੱਦਾਂ ਹੁੰਦੇ ਨੇ, ਬਹੁਤ ਸਾਰੇ એનર્ਜੀ ਲੈਵਲਸ ਹੁੰਦੇ ਨੇ, ਮਤਲਬ ਕਿ ਪਾਰਟੀਕਲਸ ਖਿੰਡੇ ਕੱਪੜੇ ਹੁੰਦੇ ਨੇ। ਬੋਜ਼ੋਨ ਦੇ ਕੇਸ ਦੇ ਵਿੱਚ ਸੇਮ એનર્ਜੀ 'ਤੇ ਪਾਰਟੀਕਲਸ ਹੁੰਦੇ ਨੇ। ਬੋਜ਼ੋਨਸ ਪਾਰਟੀਕਲਸ ਐਗਜ਼ਿਸਟ ਕਰਦੇ ਨੇ ਸੇਮ એનર્ਜੀ ਲੈਵਲ 'ਤੇ, ਅਪਰੋਕਸੀਮੇਟ ਸੇਮ એનર્ਜੀ ਹੁੰਦੀ ਹੈ ਇਹਨਾਂ ਦੀ। ਸਪੋਜ਼ ਆਪਣੇ ਕੋਲ ਗੈਸ ਮੋਲੀਕਿਊਲਸ ਨੇ, ਕੁਛ ਐਵੇਂ ਗੈਸ ਮੋਲੀਕਿਊਲਸ। ਇਹ ਸਾਰੇ ਗੈਸ ਮੋਲੀਕਿਊਲਸ ਨੂੰ ਆਪਾਂ ਨੇ ਕੀ ਕੀਤਾ, ਫਰੀਜ਼ ਕਰਨਾ ਸ਼ੁਰੂ ਕਰਤਾ। ਫਰੀਜ਼ ਦਾ ਮਤਲਬ ਕੂਲ ਡਾਊਨ। ਇਹਨਾਂ ਨੂੰ ਆਪਾਂ ਠੰਡਾ ਕਰਨਾ। ਠੰਡਾ ਕਰਨ ਨਾਲ ਇਹਨਾਂ ਨੇ ਇੱਕ ਦੂਜੇ ਦੇ ਬਹੁਤ ਨੇੜੇ ਆ ਜਾਣਾ ਵਾ ਅਤੇ ਇਹ ਬਿਲਕੁਲ ਐਵੇਂ ਕਲੋਜ਼ਲੀ ਪੈਕਡ ਜੇ ਹੋ ਜਾਣੇ ਨੇ, ਨੀਅਰ ਆ ਜਾਣੇ ਨੇ, ਇੱਕ ਕ੍ਰਿਸਟਲ ਜਿਹਦਾ ਫਾਰਮ ਲੈ ਲੈਣੀ ਇਹਨਾਂ ਨੇ, ਕਲਾਊਡ ਬਣ ਜਾਣਾ ਵਾ ਅਬਾਊਟ -273.15 ਡਿਗਰੀ ਸੈਲਸੀਅਸ। ਆਈ ਥਿੰਕ ਦਿਸ ਟੈਂਪਰੇਚਰ, ਆਹ ਟੈਂਪਰੇਚਰ ਤੁਸੀਂ ਸੁਣਿਆ ਹੋਊਗਾ, ਇਹਨੂੰ ਕਹਿੰਦੇ ਆਪਾਂ ਐਬਸੋਲੂਟ ਟੈਂਪਰੇਚਰ ਅਬਾਊਟ 0 ਕੈਲਵਿਨ। ਅਤੇ ਇਹ ਠੰਡਾ ਹੋ ਜਾਊਗਾ। ਇਹ ਜਿਹੜਾ ਬਣ ਗਿਆ ਇਹਨੂੰ ਆਪਾਂ ਕਹਿੰਦੇ ਹਾਂ ਸੁਪਰ ਐਟਮ। ਇਹ ਜਿਹੜਾ ਸੁਪਰ ਐਟਮ ਆ ਗਿਆ ਆਪਣੇ ਕੋਲ, ਇਹ ਸੁਪਰ ਐਟਮ ਨੂੰ ਮਤਲਬ ਕਿ ਜਦੋਂ ਪਾਰਟੀਕਲਸ ਆਹ ਸਟੇਟ 'ਚ ਆ ਗਏ, ਇਹ ਵੀ ਇੱਕ ਸਟੇਟ ਹੈ ਇਹਨਾਂ ਦੀ, ਇੱਥੇ ਇਹ ਐਗਜ਼ਿਸਟ ਕਰ ਰਹੇ ਨੇ। ਹੁਣ ਹੈਗੇ ਤਾਂ ਹੈਗੇ ਨੇ ਪਾਰਟੀਕਲਸ। ਜਿਹੜੀ ਆਹ ਸਟੇਟ ਆ ਇਹ ਸਟੇਟ ਨੂੰ ਆਪਾਂ ਕਹਿੰਦੇ ਹਾਂ ਬੋਸ-ਆਈਨਸਟਾਈਨ ਕੰਡੈਂਸੇਟ। ਬਣੀ ਕਿੱਥੋਂ? ਬੋਜ਼ੋਨਸ ਤੋਂ। ਬੋਜ਼ੋਨਸ ਕੀ ਨੇ? ਫੰਡਾਮੈਂਟਲ ਪਾਰਟੀਕਲਸ। ਸੋ ਦਿਸ ਇਜ਼ ਦ concept. I think you can understand all the things.